ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਅਰਸ਼ਦੀਪ ਸਿੰਘ। ਬਰਨਿੰਗ ਇਸ਼ੂ ਦੀ ਜਿਹੜੀ ਆਪਣੀ ਸੀਰੀਜ਼ ਚੱਲ ਰਹੀ ਸੀ, ਇਹਦੇ ਵਿੱਚ ਅੱਜ ਆਪਾਂ ਆਪਣਾ ਤੀਸਰਾ ਲੈਕਚਰ ਕੰਟੀਨਿਊ ਕਰਦੇ ਹਾਂ ਜੀ। ਇਹਦੇ ਵਿੱਚ ਜਿਹੜਾ ਟੌਪਿਕ ਅੱਜ ਆਪਾਂ ਡਿਸਕਸ ਕਰਾਂਗੇ ਉਹ ਹੈਗਾ ਜੀ ਮਾਡਲ ਕੋਡ ਆਫ ਕੰਡਕਟ। ਪੰਜਾਬੀ ਭਾਸ਼ਾ ਦੇ ਵਿੱਚ ਇਹਨੂੰ ਆਪਾਂ ਚੋਣ ਜ਼ਾਬਤਾ ਕਹਿੰਦੇ ਹਾਂ। ਅੱਜ ਆਪਾਂ ਇਹਦੇ ਬਾਰੇ ਪੜਾਂਗੇ। ਤੁਹਾਨੂੰ ਸਾਰਿਆਂ ਨੂੰ ਯਾਦ ਹੋਊਗਾ ਜਿਹੜਾ ਮੈਂ ਬਰਨਿੰਗ ਇਸ਼ੂ ਦਾ ਆਪਣਾ ਪਹਿਲਾ ਲੈਕਚਰ ਅਪਲੋਡ ਕੀਤਾ ਸੀ, ਜਿਹਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਬਾਈ ਇਲੈਕਸ਼ਨਸ ਬਾਰੇ ਪੜਾਇਆ ਸੀ। ਉਹਦੇ ਵਿੱਚ ਮੈਂ ਇੱਕ ਤੁਹਾਡੇ ਸਾਰਿਆਂ ਤੋਂ ਕੁਐਸਚਨ ਪੁੱਛਿਆ ਸੀਗਾ, ਤੇ ਉਸ ਕੁਐਸਚਨ ਦੇ ਵਿੱਚ ਮੈਂ ਮਾਡਲ ਕੋਡ ਆਫ ਕੰਡਕਟ ਨੂੰ ਲੈ ਕੇ ਇੱਕ ਸਟੇਟਮੈਂਟ ਵੀ ਐਡ ਕੀਤੀ ਸੀ, ਜਿਹਦੇ ਬਾਰੇ ਮੈਂ ਉਸ ਟੌਪਿਕ ਦੇ ਵਿੱਚ ਤੁਹਾਨੂੰ ਪੜਾਇਆ ਨਹੀਂ ਸੀ। ਤੇ ਮੈਂ ਬਹੁਤ ਹੀ ਖੁਸ਼ ਹੋਇਆ, ਤੁਸੀਂ ਸਾਰਿਆਂ ਨੇ ਜਿਨ੍ਹਾਂ ਨੇ ਵੀ ਉਸ ਕੁਐਸਚਨ ਦਾ ਜਵਾਬ ਕਮੈਂਟ ਬਾਕਸ ਦੇ ਵਿੱਚ ਦਿੱਤਾ ਸੀ, ਉਹਦਾ ਜਵਾਬ ਬਿਲਕੁਲ ਠੀਕ ਸੀਗਾ। ਤੇ ਕੁਝ ਕੁ ਸੱਜਣਾਂ ਦਾ, ਦੋਸਤਾਂ ਮਿੱਤਰਾਂ ਦਾ ਮੈਨੂੰ ਪਰਸਨਲੀ ਟੈਕਸਟ ਆਇਆ ਸੀਗਾ। ਉਹ ਕਹਿੰਦੇ ਵੀ ਅਸੀਂ ਮਾਡਲ ਕੋਡ ਆਫ ਕੰਡਕਟ ਆ ਜਿਹੜਾ ਇਹ ਟੌਪਿਕ ਹੈ, ਇਹਦੇ ਬਾਰੇ ਥੋੜਾ ਜਿਹਾ ਹੋਰ ਡੂੰਘਾਈ ਦੇ ਵਿੱਚ ਜਾਣਨਾ ਚਾਹੁੰਦੇ। ਸੋ ਬਿਲਕੁਲ ਅੱਜ ਆਪਾਂ ਇਹੀ ਟੌਪਿਕ ਡਿਸਕਸ ਕਰਾਂਗੇ। ਤੁਹਾਡੇ ਸਾਰੇ ਡਾਊਟਸ ਉਮੀਦ ਕਰਦਾ ਮੈਂ ਅੱਜ ਕਲੀਅਰ ਕਰ ਦੇਣੇ ਨੇਗੇ, ਤੇ ਇਹਨੂੰ ਆਪਾਂ ਧਿਆਨ ਦੇ ਨਾਲ ਸਮਝਦੇ ਹਾਂ ਇਹ ਟੌਪਿਕ ਕੀ ਹੈ। ਐਗਜ਼ਾਮ ਪੁਆਇੰਟ ਆਫ ਵਿਊ ਦੇ ਲਈ ਇਹ ਕਾਫੀ ਇੰਪੋਰਟੈਂਟ ਹੈ, ਤੇ ਬੇਸਿਕਲੀ ਮੇਨਸ ਪੁਆਇੰਟ ਆਫ ਵਿਊ ਦੇ ਲਈ ਤੇ ਇਨਫੈਕਟ ਪ੍ਰੀਲਿਮਸ ਪੁਆਇੰਟ ਆਫ ਵਿਊ ਦੇ ਲਈ ਵੀ ਇਹ ਟੌਪਿਕ ਕਾਫੀ ਜ਼ਿਆਦਾ ਇੰਪੋਰਟੈਂਟ ਹੈ। ਤੇ ਖਾਸ ਤੌਰ ਤੇ ਅੱਜ ਕੱਲ੍ਹ ਤੇ ਕਾਫੀ ਜ਼ਿਆਦਾ ਨਿਊਜ਼ ਦੇ ਵਿੱਚ ਵੀ ਹੈ ਟੌਪਿਕ। ਕਿਉਂਕਿ ਜਲੰਧਰ ਦੇ ਵਿੱਚ ਜਿਹੜੇ ਬਾਈ ਇਲੈਕਸ਼ਨਸ ਹੋਈਆਂ ਨੇ, ਉੱਥੇ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇਲੈਕਸ਼ਨ ਕੋਡ ਲੱਗਿਆ ਸੀਗਾ। ਇਲੈਕਸ਼ਨ ਦੀ ਜਦੋਂ ਤਰੀਕ ਅਨਾਉਂਸ ਹੋਈ ਸੀਗੀ ਉਦੋਂ, ਤੇ ਅਕਸਰ ਆਪਾਂ ਇਹ ਟੌਪਿਕ ਹੈ ਜਿਹੜਾ ਮਾਡਲ ਕੋਡ ਆਫ ਕੰਡਕਟ ਦਾ, ਇਹ ਨਿਊਜ਼ ਦੇ ਵਿੱਚ ਆਉਂਦਾ ਰਹਿੰਦਾ। ਕਿਉਂਕਿ ਕਿਸੇ ਨਾ ਕਿਸੇ ਪਾਰਟੀ ਦਾ ਕੋਈ ਨਾ ਕੋਈ ਲੀਡਰ ਜਾਂ ਉਸ ਪਾਰਟੀ ਦਾ ਕੋਈ ਨਾ ਕੋਈ ਵਰਕਰ ਇਹ ਮਾਡਲ ਕੋਡ ਆਫ ਕੰਡਕਟ ਦੀ ਜਿਹੜੀ ਉਲੰਘਣਾ ਹੈਗੀ, ਤੁਸੀਂ ਕਹਿ ਲਓ ਵਾਇਲੇਸ਼ਨ ਹੈ, ਉਹ ਕਰਦੇ ਰਹਿੰਦੇ ਨੇ ਅਕਸਰ, ਜਿਹਦੇ ਕਰਕੇ ਇਹ ਟੌਪਿਕ ਆਪਣਾ ਨਿਊਜ਼ ਦੇ ਵਿੱਚ ਆਇਆ ਹੈ। ਸੋ ਬੇਸਿਕਲੀ ਆਪਾਂ ਸ਼ੁਰੂ ਕਰਦੇ ਹਾਂ ਜੀ। ਸਮਝਦੇ ਹਾਂ ਪਹਿਲਾਂ ਵੀ ਇਹ ਮਾਡਲ ਕੋਡ ਆਫ ਕੰਡਕਟ ਯਾਨੀ ਕਿ ਚੋਣ ਜ਼ਾਬਤਾ ਹੁੰਦਾ ਕੀ ਹੈ। ਦੇਖੋ, ਆਪਣਾ ਜਿਹੜਾ ਸੰਵਿਧਾਨ ਹੈ ਭਾਰਤ ਦਾ, ਕਨਸਟੀਟਿਊਸ਼ਨ ਆਫ ਇੰਡੀਆ, ਉਹਦਾ ਜਿਹੜਾ ਆਰਟੀਕਲ 324 ਹੈ, ਇਹ ਆਰਟੀਕਲ 324 ਜਿਹੜਾ ਇਲੈਕਸ਼ਨ ਕਮਿਸ਼ਨ ਬਾਰੇ ਜਿਹੜੇ ਪਾਰਟ ਦੇ ਵਿੱਚ ਸੰਵਿਧਾਨ ਦੇ ਵਿੱਚ ਦੱਸਿਆ ਹੋਇਆ, ਉਹਦਾ ਆਰਟੀਕਲ 324 ਹੈਗਾ ਜਿਹੜਾ, ਇੱਥੋਂ ਹੀ ਤਸਵੀਰ ਸਾਰੀ ਸਾਹਮਣੇ ਆਉਂਦੀ ਹੈ। ਬੇਸਿਕਲੀ ਆਰਟੀਕਲ 324 ਕਹਿੰਦਾ ਕੀ ਹੈ, ਇਹ ਜਿਹੜਾ ਆਪਣਾ ਇਲੈਕਸ਼ਨ ਕਮਿਸ਼ਨ ਹੈਗਾ, ਚੋਣ ਆਯੋਗ ਹੈਗਾ ਭਾਰਤ ਦਾ, ਉਹਨੂੰ ਇਹ ਪਾਵਰ ਦਿੰਦਾ ਵੀ ਤੁਸੀਂ ਭਾਰਤ ਦੇ ਵਿੱਚ ਫ੍ਰੀ ਐਂਡ ਫੇਅਰ ਇਲੈਕਸ਼ਨਸ ਕਰਵਾਉਣੀਆਂ, ਸਾਫ਼ ਸੁਥਰੀਆਂ ਇਲੈਕਸ਼ਨ ਕਰਾਉਣ ਦੀ ਜ਼ਿੰਮੇਵਾਰੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਨੂੰ ਦਿੱਤੀ ਹੋਈ ਹੈ। ਕਿਹਨੇ? ਆਪਣੇ ਸੰਵਿਧਾਨ ਨੇ। ਕਿਹੜੇ ਆਰਟੀਕਲ ਦੇ ਅੰਦਰ? ਉਹ ਹੈਗਾ ਜੀ ਆਰਟੀਕਲ 324। ਬੜਾ ਹੀ ਇੰਪੋਰਟੈਂਟ ਆਰਟੀਕਲ ਹੈ। ਇਹ ਆਰਟੀਕਲ ਦੇ ਤਹਿਤ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਕਾਫੀ ਜ਼ਿਆਦਾ ਪਾਵਰਸ ਮਿਲ ਜਾਂਦੀਆਂ ਨੇ। ਮੈਂ ਤੁਹਾਡੇ ਸਾਰਿਆਂ ਤੋਂ ਇੱਕ ਕੁਐਸਚਨ ਪੁੱਛਣਾ ਚਾਹੁੰਦਾ, ਇੰਡੀਆ ਦੀ ਉਹ ਪਹਿਲੀ ਸਟੇਟ ਦੱਸੋ ਜਿੱਥੇ ਪਿਛਲੇ ਵਾਰ ਕੁਝ ਕੁ ਸਮੇਂ ਪਹਿਲਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਆਰਟੀਕਲ 324 ਇਨਵੋਕ ਕੀਤਾ ਸੀ। ਰੀਜ਼ਨ ਮੈਂ ਦੱਸਦਾ ਨਾ, ਉਹ ਸਟੇਟ ਦੇ ਵਿੱਚ ਦੋ ਤਬਕੇ ਦੇ ਲੋਕਾਂ ਦੇ ਵਿੱਚ ਵਾਇਲੈਂਟ ਕ੍ਰੈਸ਼ਿਸ ਹੋ ਗਏ ਸੀਗੇ, ਦੰਗੇ ਹੋ ਗਏ ਸੀਗੇ। ਸੋ ਇਲੈਕਸ਼ਨ ਕਮਿਸ਼ਨ ਨੂੰ ਮਜਬੂਰਨ ਉਸ ਸਟੇਟ ਦੇ ਵਿੱਚ ਜਿਹੜਾ ਸੀਗਾ ਆਰਟੀਕਲ 324 ਇਨਵੋਕ ਕਰਨਾ ਪਿਆ ਸੀ। ਉਹ ਸਟੇਟ ਕਿਹੜੀ ਹੈ? ਮੈਨੂੰ ਉਹਦਾ ਜਵਾਬ ਕਮੈਂਟ ਬਾਕਸ ਦੇ ਵਿੱਚ ਦੱਸੋ। ਸੋ ਬੇਸਿਕਲੀ ਆਪਣਾ ਸੰਵਿਧਾਨ ਇਲੈਕਸ਼ਨ ਕਮਿਸ਼ਨ ਨੂੰ ਕਹਿੰਦਾ ਹੈ ਵੀ ਤੁਸੀਂ ਆਪਣੇ ਦੇਸ਼ ਦੇ ਵਿੱਚ ਜਾਂ ਸਟੇਟ ਲੈਜਿਸਲੇਚਰ ਦੇ ਵਿੱਚ ਜਿਹੜੇ ਵਿਧਾਨ ਸਭਾ ਦੀਆਂ ਚੋਣਾਂ ਨੇ ਜਾਂ ਲੋਕ ਸਭਾ ਦੀਆਂ ਚੋਣਾਂ ਨੇ, ਉਹਦੇ ਵਿੱਚ ਫ੍ਰੀ ਐਂਡ ਫੇਅਰ ਇਲੈਕਸ਼ਨ ਨੇਗੇ ਜਿਹੜੇ ਉਹ ਕੰਡਕਟ ਕਰਵਾਉਣੇ ਨੇ। ਸੋ ਇਲੈਕਸ਼ਨ ਕਮਿਸ਼ਨ ਨੂੰ ਜ਼ਿੰਮੇਵਾਰੀ ਦੇਤੀ, ਤੇ ਉਸ ਜ਼ਿੰਮੇਵਾਰੀ ਨੂੰ ਨਿਭਾਉਣ ਦੇ ਲਈ ਇਲੈਕਸ਼ਨ ਕਮਿਸ਼ਨ ਕੁਝ ਕੁ ਨੋਰਮਸ ਲੈ ਕੇ ਆਉਂਦਾ ਹੈ, ਜਿਹਦੇ ਨਾਲ ਜਿਹੜੀਆਂ ਇਲੈਕਸ਼ਨ ਨੇ ਸਾਫ਼ ਸੁਥਰੇ ਤੇ ਵਧੀਆ ਢੰਗ ਦੇ ਨਾਲ ਨੇਪਰੇ ਯਾਨੀ ਕਿ ਪੂਰ ਚੜ ਸਕਣ। ਸੋ ਉਹਨੂੰ ਆਪਾਂ ਕਹਿ ਦਿੰਦੇ ਜੀ ਮਾਡਲ ਕੋਡ ਆਫ ਕੰਡਕਟ। ਪੜ੍ਹਦੇ ਹਾਂ, ਇਹ ਕਹਿੰਦੇ ਹੁੰਦਾ ਕੀ ਹੈ, ਕਹਿੰਦੇ ਥੀਸ ਆਰ ਦਾ ਗਾਈਡਲਾਈਨਸ ਇਸ਼ੂਡ ਬਾਈ ਦਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ। ਇਹ ਗਾਈਡਲਾਈਨਸ ਭਾਵ ਹਦਾਇਤਾਂ ਹੁੰਦੀਆਂ ਨੇ ਜਿਹੜੀਆਂ ਕਿ ਭਾਰਤ ਦਾ ਜਿਹੜਾ ਚੋਣ ਆਯੋਗ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਉਹਦੇ ਦੁਆਰਾ ਇਸ਼ੂ ਕੀਤੀਆਂ ਜਾਂਦੀਆਂ ਨੇ, ਤਾਂ ਕਿ ਜਿਹੜੀਆਂ ਇਲੈਕਸ਼ਨਸ ਨੇ ਫ੍ਰੀ ਐਂਡ ਫੇਅਰ ਤਰੀਕੇ ਦੇ ਨਾਲ ਹੋ ਸਕਣ। ਇਹਦੇ ਵਿੱਚ ਕਾਫੀ ਕੁਝ ਦੱਸਿਆ ਹੋਏਗਾ, ਉਹਦੇ ਬਾਰੇ ਆਪਾਂ ਅੱਗੇ ਜਾ ਕੇ ਹੁਣ ਡਿਸਕਸ ਕਰਦੇ ਹਾਂ। ਸੋ ਬੇਸਿਕਲੀ ਸਭ ਤੋਂ ਪਹਿਲਾਂ ਆਪਾਂ ਹੁਣ ਪੜ੍ਹਦੇ ਹਾਂ ਬੇਸਿਕਲੀ ਯਾਰ ਕੁਝ ਕੁ ਫੈਕਚੁਅਲ ਗੱਲਾਂ ਨੇ ਵੀ ਇਹਦੀ ਐਵੋਲੂਸ਼ਨ ਕਿੱਥੋਂ ਹੋਈ ਸੀ। ਕਈ ਵਾਰ ਕਿਸੇ ਛੋਟੇ ਮੋਟੇ ਪੇਪਰ ਦੇ ਵਿੱਚ ਫੈਕਚੁਅਲ ਕੁਐਸਚਨ ਪੁੱਛ ਲੈਂਦੇ ਨੇ। ਸੋ ਬੇਸਿਕਲੀ ਕੇਰਲਾ ਦੇ ਜਿਹੜੇ ਅਸੈਂਬਲੀ ਇਲੈਕਸ਼ਨ ਸੀਗੇ 1960 ਦੀਆਂ, ਉੱਥੇ ਪਹਿਲੀ ਵਾਰ ਇਸ ਮਾਡਲ ਕੋਡ ਆਫ ਕੰਡਕਟ ਦਾ ਜਿਹੜਾ ਕਨਸੈਪਟ ਸੀਗਾ ਤੇ ਉਹ ਓਰੀਜਨ ਹੋਇਆ ਸੀਗਾ, ਤਾਂ ਕਿ ਜਿਹੜੇ ਪੋਲੀਟੀਕਲ ਪਾਰਟੀਆਂ ਨੇ ਆਪਣੇ ਇੱਕ ਹੱਦ ਦੇ ਵਿੱਚ ਰਹਿ ਕੇ ਪ੍ਰਚਾਰ ਕਰ ਸਕਣ, ਵੋਟਰਸ ਨੂੰ ਇਨਫਲੂਐਂਸ ਨਾ ਕਰ ਸਕਣ। ਸੋ ਉੱਥੋਂ ਇਹ ਇਵੋਲਵ ਹੁੰਦਾ ਵਿਦ ਟਾਈਮ ਕੁਝ ਕੁ ਪੁਆਇੰਟਸ ਐਡ ਆਨ ਹੁੰਦੇ ਰਹੇ, ਹੁਣ ਤੱਕ ਐਡ ਹੁੰਦੇ ਰਹਿੰਦੇ ਨੇਗੇ, ਜਿਹਦੇ ਨਾਲ ਜਿਹੜੀਆਂ ਆਪਣੇ ਚੋਣਾਂ ਨੇਗੇ ਪੂਰੇ ਦੇਸ਼ ਦੇ ਵਿੱਚ ਲਾ ਲਓ ਜਾਂ ਕਿਸੇ ਵਿਧਾਨ ਸਭਾ ਕਿਸੇ ਸਟੇਟ ਦੇ ਵਿੱਚ ਲਾ ਲਓ, ਉੱਥੇ ਵਧੀਆ ਤਰੀਕੇ ਦੇ ਨਾਲ ਜਿਹੜਾ ਚੋਣਾਂ ਦੀ ਮੁਹਿੰਮ ਹੈ, ਚੋਣਾਂ ਦਾ ਜਿਹੜਾ ਤੁਸੀਂ ਕਹ ਲਓ ਪੂਰਾ ਪ੍ਰੋਸੈਸ ਹੈਗਾ, ਉਹ ਪੂਰਾ ਹੋ ਸਕੇ। ਸੋ ਇਹ ਫੋਰਸ ਕਦੋਂ ਚ ਹੋਦਾ, ਇਹ ਹੁਣ ਸਭ ਤੋਂ ਇੰਪੋਰਟੈਂਟ ਸਮਝਣ ਵਾਲੀ ਚੀਜ਼ ਹੈ। ਇੱਥੋਂ ਹੀ ਕੁਐਸਚਨ ਬਣਦਾ ਜਿਹੜਾ ਮਾਡਲ ਕੋਡ ਆਫ ਕੰਡਕਟ ਹੈ, ਚੋਣ ਜ਼ਾਬਤਾ ਹੈ,
ਇਹ ਕਦੋਂ ਲਾਗੂ ਹੁੰਦਾ? ਸੋ ਬੇਸਿਕਲੀ ਧਿਆਨ ਦੇਣਾ ਸਮਝੋ, ਜਿਹੜੇ ਦਿਨ ਇਲੈਕਸ਼ਨ ਕਮਿਸ਼ਨ ਹੈਗਾ ਜਿਹੜਾ, ਚਾਹੇ ਉਹ ਸਟੇਟ ਦਾ ਇਲੈਕਸ਼ਨ ਕਮਿਸ਼ਨ ਹੈ, ਫੋਰ ਐਗਜ਼ਾਮਪਲ ਸਰਪੰਚੀ ਦੀਆਂ ਵੋਟਾਂ ਹੋ ਗਈਆਂ ਜਾਂ ਐਮਸੀ ਦੀ ਵੋਟਾਂ ਹੋ ਗਈਆਂ, ਠੀਕ ਹੈ, ਇਸ ਤੋਂ ਇਲਾਵਾ ਚਾਹੇ ਲੋਕ ਸਭਾ ਦੀ ਵੋਟਾਂ ਹੋ ਗਈਆਂ ਜਾਂ ਵਿਧਾਨ ਸਭਾ ਦੀ ਵੋਟਾਂ ਹੋ ਗਈਆਂ, ਜਿਹੜੇ ਦਿਨ ਇਲੈਕਸ਼ਨ ਕਮਿਸ਼ਨ ਨੇ ਵੋਟਾਂ ਦੀ ਤਰੀਕ, ਸੁਣੋ, ਵੋਟਾਂ ਦਾ ਸ਼ੈਡਿਊਲ ਯਾਨੀ ਕਿ ਵੋਟਾਂ ਦੀ ਤਰੀਕ ਅਨਾਉਂਸ ਕਰਤੀ ਵੀ ਫਲਾਣੀ ਤਰੀਕ ਨੂੰ ਵੋਟਾਂ ਪੰਜਾਬ ਦੇ ਵਿੱਚ ਹੋਣਗੀਆਂ, ਉਸ ਤਰੀਕ ਤੋਂ ਹੀ ਮਾਡਲ ਕੋਡ ਆਫ ਕੰਡਕਟ ਯਾਨੀ ਕਿ ਚੋਣ ਜ਼ਾਬਤਾ ਜਿਹੜਾ ਉਹ ਲਾਗੂ ਹੋ ਜਾਂਦਾ। ਤੇ ਇਹ ਕਦੋਂ ਤੱਕ ਰਹਿੰਦਾ? ਇਹ ਉਦੋਂ ਤੱਕ ਰਹਿੰਦਾ ਜੀ ਜਦੋਂ ਸਾਰਾ ਇਲੈਕਟੋਰਲ ਪ੍ਰੋਸੈਸ ਕੰਪਲੀਟ ਨਹੀਂ ਹੋ ਜਾਂਦਾ। ਕਿਵੇਂ? ਯਾਨੀ ਕਿ ਜਿਸ ਦਿਨ ਵੋਟਾਂ ਦਾ ਰਿਜ਼ਲਟ ਆਉਂਦਾ ਹੈਗਾ, ਉਸ ਰਿਜ਼ਲਟ ਆਉਣ ਤੋਂ ਬਾਅਦ ਤੱਕ, ਮੀਨਸ ਜਦੋਂ ਫਾਈਨਲ ਰਿਜ਼ਲਟ ਆ ਜਾਂਦਾ ਵੋਟਾਂ ਦਾ, ਉਦੋਂ ਤੱਕ ਇਹ ਚੋਣ ਜ਼ਾਬਤਾ ਲਾਗੂ ਰਹਿੰਦਾ। ਜਦੋਂ ਰਿਜ਼ਲਟ ਆ ਜਾਂਦਾ ਹੈਗਾ ਉਸ ਤੋਂ ਬਾਅਦ ਇਹ ਆਪਣੇ ਆਪ ਹਟ ਜਾਂਦਾ। ਸੋ ਜਿਹੜੇ ਦਿਨ ਤੋਂ ਇਲੈਕਸ਼ਨ ਦਾ ਸ਼ੈਡਿਊਲ ਅਨਾਉਂਸ ਹੁੰਦਾ ਉਦੋਂ ਤੋਂ ਲੈ ਕੇ ਜਦੋਂ ਵੋਟਾਂ ਦਾ ਰਿਜ਼ਲਟ ਆਉਂਦਾ ਹੈਗਾ ਜਿਹੜੇ ਦਿਨ, ਠੀਕ ਹੈ, ਉਸ ਤਰੀਕ ਤੱਕ ਮਾਡਲ ਕੋਡ ਆਫ ਕੰਡਕਟ ਹੈ ਜਿਹੜਾ ਇਹ ਲਾਗੂ ਰਹਿੰਦਾ। ਆਪਾਂ ਇਹਦੇ ਪ੍ਰੋਵੀਜ਼ਨ ਬਾਰੇ ਪੜ੍ਹਦੇ ਹਾਂ। ਬੇਸਿਕਲੀ ਜਿਹੜਾ ਚੋਣ ਜ਼ਾਬਤਾ ਹੈ ਇਹਦੇ ਵਿੱਚ ਹੁੰਦਾ ਕੀ ਹੈ, ਬੇਸਿਕਲੀ ਕਿਹੜੀ ਚੀਜ਼ਾਂ ਦੇ ਉੱਪਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਰੋਕ ਲਾਈ ਜਾਂਦੀ ਹੈ ਤਾਂ ਕਿ ਜਿਹੜੇ ਵੋਟਰਸ ਨੇ ਉਹਨਾਂ ਨੂੰ ਇਨਫਲੂਐਂਸ ਨਾ ਕੀਤਾ ਜਾ ਸਕੇ। ਹੁਣ ਮੈਂ ਇਹ ਗੱਲ ਵਾਰ-ਵਾਰ ਰਿਪੀਟ ਕਿਉਂ ਕਰ ਰਿਹਾ ਵੀ ਜਿਹੜੇ ਵੋਟਰ ਨੇਗੇ ਉਹਨਾਂ ਨੂੰ ਇਨਫਲੂਐਂਸ ਕਿਉਂ ਨਾ ਕੀਤਾ ਜਾ ਸਕੇ? ਦੇਖੋ, ਆਪਣਾ ਦੇਸ਼ ਇੱਕ ਡੈਮੋਕ੍ਰੈਟਿਕ ਕੰਟਰੀ ਹੈ, ਹਰੇਕ ਨੂੰ ਅਧਿਕਾਰ ਹੈ ਆਪਣੀ ਵੋਟ ਆਪਣੀ ਮਰਜ਼ੀ ਦੇ ਕੈਂਡੀਡੇਟ ਨੂੰ ਪਾਉਣ ਦਾ। ਹੁਣ ਕੋਈ ਰੂਲਿੰਗ ਪਾਰਟੀ ਹੈ, ਠੀਕ ਹੈ, ਹੁਣ ਜਿਹੜੇ ਵੋਟਰਸ ਨੇ ਕਾਫੀ ਜ਼ਿਆਦਾ ਸੰਖਿਆ ਦੇ ਵਿੱਚ ਜਿਹੜੇ ਵੋਟਰਸ ਨੇ ਉਸ ਪਾਰਟੀ ਨੂੰ ਸਪੋਰਟ ਕਰਦੇ ਨੇ, ਉਹ ਬਿਲਕੁਲ ਉਸ ਪਾਰਟੀ ਨੂੰ ਵੋਟ ਪਾਉਣਗੇ। ਤੇ ਕਈ ਇਹੋ ਜਿਹੇ ਵੋਟਰਸ ਵੀ ਨੇਗੇ ਜਿਹੜੇ ਕਿਸੇ ਹੋਰ ਪਾਰਟੀ ਨੂੰ ਸਪੋਰਟ ਕਰਦੇ ਨੇ ਜੋ ਇਸ ਵੇਲੇ ਸਰਕਾਰ ਦੇ ਵਿੱਚ ਮੌਜੂਦ ਨਹੀਂ ਹੈਗੀ। ਵੋਟ ਤਾਂ ਉਹਨਾਂ ਨੇ ਵੀ ਪਾਉਣੀ ਹੈਗੀ। ਹੁਣ ਰੂਲਿੰਗ ਪਾਰਟੀ ਹੈ ਕੋਈ ਵੀ ਜਾਂ ਕੋਈ ਉਹ ਹੈਗੀ, ਜਿਹੜੀ ਰੂਲਿੰਗ ਪਾਰਟੀ ਹੈ ਤੁਸੀਂ ਲਾ ਲਓ ਵੀ ਉਹ ਇਹੋ ਜਿਹੇ ਕੋਈ ਅਨਾਉਂਸਮੈਂਟਸ ਕਰਦੇ, ਕੋਈ ਇਹੋ ਜਿਹਾ ਨੋਟੀਫਿਕੇਸ਼ਨ ਕਰਦੇ ਜਿਹਦੇ ਨਾਲ ਦੂਸਰੇ ਤਬਕੇ ਦੇ ਜਿਹੜੇ, ਮਤਲਬ ਤੁਸੀਂ ਲਾ ਲਓ ਜਿਹੜੇ ਦੂਸਰੇ ਮਤਲਬ ਜਿਹੜੇ ਆਮ ਪਬਲਿਕ ਹੈਗੀ ਉਹ ਇਨਫਲੂਐਂਸ ਹੋ ਜੇ, ਪ੍ਰਭਾਵਿਤ ਹੋ ਜੇ ਵੀ ਕਿਉਂ ਨਾ ਆਪਾਂ ਰੂਲਿੰਗ ਪਾਰਟੀ ਨੂੰ ਹੀ ਵੋਟ ਪਾ ਦਈਏ, ਇਹ ਇੰਨਾ ਕੁਝ ਕਰ ਰਹੀ ਹੈ ਕਿ ਇੰਨੇ ਅਨਾਉਂਸਮੈਂਟਾਂ ਕਰ ਰਹੀਆਂ ਨੇ, ਇਹਦੇ ਨਾਲ ਕੀ ਹੈ ਉਹ ਦੁਬਾਰਾ ਸਰਕਾਰ ਚ ਆ ਜਾਣਗੇ। ਸੋ ਡੈਮੋਕ੍ਰੇਸੀ ਵਾਸਤੇ ਤਾਂ ਇਹ ਬਿਲਕੁਲ ਸਹੀ ਗੱਲ ਨਹੀਂ ਹੈਗੀ। ਸੋ ਇਸੇ ਚੀਜ਼ ਨੂੰ ਲੈ ਕੇ ਜਿਹੜਾ ਇਹ ਮਾਡਲ ਕੋਡ ਆਫ ਕੰਡਕਟ ਹੈ ਇਹ ਲਗਾਇਆ ਜਾਂਦਾ ਤਾਂ ਕਿ ਇਲੈਕਸ਼ਨ ਨੇ ਫ੍ਰੀ ਐਂਡ ਫੇਅਰ ਤਰੀਕੇ ਦੇ ਨਾਲ ਹੋ ਸਕਣ, ਕੋਈ ਵੀ ਵੋਟਰ ਨੂੰ ਪ੍ਰਭਾਵਿਤ ਨਾ ਕਰ ਸਕੇ। ਠੀਕ ਹੈ, ਵੋਟਰ ਦੀ ਜ਼ਿੰਮੇਵਾਰੀ ਹੈ ਵੀ ਸਹੀ ਬੰਦੇ ਨੂੰ ਵੋਟ ਪਾਉਣੀ ਹੈ, ਜਿਹਨੂੰ ਵੀ ਪਾਉਣੀ ਆ ਉਹ ਉਹਦਾ ਡੈਮੋਕ੍ਰੈਟਿਕ ਰਾਈਟ ਹੈਗਾ। ਸੋ ਤਾਂ ਕਰਕੇ ਕੁਝ ਇਹ ਹੱਦਾਂ ਬੰਨੀਆਂ ਜਾਂਦੀਆਂ ਨੇਗੀਆਂ ਚੋਣ ਜ਼ਾਬਤੇ ਦੇ ਵਿੱਚ, ਜਿਨ੍ਹਾਂ ਨੂੰ ਆਪਾਂ ਪੜ੍ਹਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਤਾਂ ਇੰਪੋਰਟੈਂਟ, ਡਿਫੈਂਸ ਪਰਸਨਲ ਦੇ ਜਿਹੜੇ ਫੋਟੋਗ੍ਰਾਫਸ ਨੇਗੇ ਉਹਨਾਂ ਨੂੰ ਡਿਸਪਲੇ ਦੇ ਉੱਪਰ ਲਾਉਣਾ ਪ੍ਰੋਹਿਬਿਟਡ ਹੈ। ਫੋਰ ਐਗਜ਼ਾਮਪਲ ਆ ਪਿੱਛੇ ਜੇ ਆਪਣਾ ਜਿਹੜੇ ਭਾਰਤ ਦੇ ਵਿੰਗ ਕਮਾਂਡਰ ਸੀਗੇ 에ਅਰ ਫੋਰਸ ਸੀਗੇ, ਕੈਪਟਨ ਅਭਿਮਨਿਊ ਜਾਂ ਅਭਿਨੰਦਨ ਉਹਨਾਂ ਦਾ ਸ਼ਾਇਦ ਨਾਮ ਸੀਗਾ ਇਹ ਜਾਂ ਕੁਝ, ਉਹ ਜਿਹੜੇ ਪਾਕਿਸਤਾਨ ਦੇ ਵਿੱਚ ਫਾਈਟਰ ਜੈਟ ਲੈ ਕੇ ਗਏ ਸੀ ਤੇ ਉੱਥੇ ਰਹਿ ਗਏ ਸੀਗੇ, ਉਹਨਾਂ ਨੂੰ ਫਿਰ ਵਾਪਸ ਭੇਜਿਆ ਸੀਗਾ। ਤੇ ਬਾਅਦ ਦੇ ਵਿੱਚ ਆਪਣੇ ਪਾਰਟੀ ਨੇ, ਕਿਸੇ ਰੂਲਿੰਗ ਪਾਰਟੀ ਨੇ ਸੈਂਟਰ ਦੇ ਵਿੱਚ ਉਹਨਾਂ ਦੇ ਤੁਸੀਂ ਕਹਿ ਲਓ ਪੋਸਟਰ ਲਗਾਤੇ ਸੀਗੇ, ਉਦੋਂ ਵੋਟਾਂ ਸੀਗੀਆਂ, ਸੋ ਉਹਦੇ ਨਾਮ ਦੇ ਉੱਪਰ ਵੀ ਕਾਫੀ ਵੋਟਾਂ ਪੈਣੀਆਂ ਸੀਗੀਆਂ। ਸੋ ਉਹ ਮਾਡਲ ਕੋਡ ਆਫ ਕੰਡਕਟ ਦੀ ਉਲੰਘਣਾ ਸੀ। ਸੋ ਇਹ ਚੀਜ਼ ਵਿੱਚ ਮੈਂਸ਼ਨ ਕੀਤੀ ਹੈ, ਜਿਹੜੇ ਆਰਮੀ ਦੇ ਜਾਂ ਤੁਸੀਂ ਕਹ ਲਓ ਡਿਫੈਂਸ ਦੇ ਪਰਸੋਨਲ ਨੇ ਉਹਨਾਂ ਦੇ ਫੋਟੋਗ੍ਰਾਫਸ ਨੇਗੇ ਡਿਸਪਲੇ ਦੇ ਉੱਪਰ ਲਾਉਣੇ, ਇਹ ਪ੍ਰੋਹਿਬਿਟਡ ਨੇ ਚੋਣ ਜ਼ਾਬਤੇ ਦੇ ਦੌਰਾਨ। ਜਨਰਲ ਕੰਡਕਟ ਆਪਾਂ ਗੱਲ ਕਰਦੇ ਹਾਂ, ਚੋਣ ਜ਼ਾਬਤੇ ਦੇ ਵਿੱਚ ਤੁਸੀਂ ਕੀ ਨਹੀਂ ਕਰ ਸਕਦੇ। ਤੁਸੀਂ ਇੱਕ ਤਾਂ ਵੋਟਾਂ ਸਿਕਿਉਰ ਕਰਨ ਦੇ ਵਾਸਤੇ, ਵੋਟਾਂ ਲੈਣ ਦੇ ਵਾਸਤੇ ਤੁਸੀਂ ਜਿਹੜੇ ਵੋਟਰ ਨੇ ਉਹਨਾਂ ਨੂੰ ਰਿਸ਼ਵਤ ਨਹੀਂ ਦੇ ਸਕਦੇ। ਇਹ ਚੀਜ਼ਾਂ ਆਪਾਂ ਅਕਸਰ ਦੇਖਦੇ ਹਾਂ, ਕੋਈ ਵੀ ਤੁਸੀਂ ਐਮਐਲਏ ਦੀ ਜਾਂ ਤੁਸੀਂ ਕਹਿ ਲਓ ਵਿਧਾਨ ਸਭਾ ਦੀ ਚੋਣ ਹੁੰਦੀ ਹੈ, ਜਿਹੜੇ ਵਿਚਾਰੇ ਗਰੀਬ ਤਬਕੇ ਦੇ ਲੋਕ ਹੁੰਦੇ ਨੇ, ਅਕਸਰ ਆਪਾਂ ਦੇਖਦੇ ਹਾਂ ਵੀ ਵੋਟਾਂ ਨੇ ਜਿਹੜੀਆਂ ਉਹ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ, ਕੈਂਡੀਡੇਟਸ ਨੇ, ਉਹਨਾਂ ਦੁਆਰਾ ਖਰੀਦੇ ਜਾਂਦੇ ਨੇ। ਕਿਸੇ ਨੂੰ 5000 ਦਿੱਤਾ, ਕਿਸੇ ਨੂੰ 10000 ਰੁਪਏ ਦਿੱਤਾ, ਵੋਟ ਉਹਦੀ ਖਰੀਦ ਲਈ। ਸੋ ਇਹ ਚੀਜ਼ਾਂ ਆਪਾਂ ਨਹੀਂ ਕਰ ਸਕਦੇ। ਪਿਕਟਿੰਗ ਦਾ ਮਤਲਬ ਹੁੰਦਾ ਜੀ ਧਰਨੇ ਮੁਜ਼ਾਹਰੇ ਆਪਾਂ ਚੋਣ ਜ਼ਾਬਤੇ ਦੇ ਵਿੱਚ ਨਹੀਂ ਕਰ ਸਕਦੇ। ਜਿਹੜਾ ਕੈਂਡੀਡੇਟ ਇਲੈਕਸ਼ਨ ਦੇ ਵਿੱਚ ਖੜਾ ਹੋਇਆ ਹੋਵੇ, ਇਲੈਕਸ਼ਨ ਦੇ ਮਤਲਬ ਤੁਸੀਂ ਕਹਿ ਲਓ ਇਲੈਕਸ਼ਨ ਜਿਹੜਾ ਕੈਂਡੀਡੇਟ ਕੰਟੈਸਟ ਕਰ ਰਿਹਾ ਹੋਵੇ ਇਲੈਕਸ਼ਨ, ਉਹਦੇ ਘਰ ਦੇ ਬਾਹਰ ਆਪਾਂ ਧਰਨਾ ਨਹੀਂ ਲਾ ਸਕਦੇਗੇ ਜਦੋਂ ਚੋਣ ਜ਼ਾਬਤਾ ਲੱਗਿਆ ਹੋਵੇ। ਮੀਟਿੰਗਸ ਕੋਈ ਕਰਨੀ ਹੋਵੇ ਤਾਂ ਪੁਲਿਸ ਦੀ ਜ਼ਿੰਮੇਵਾਰੀ ਹੁੰਦੀ ਹੈ ਵੀ ਉੱਥੇ ਪ੍ਰੋਪਰ ਸਿਕਿਉਰਿਟੀ ਜਿਹੜੇ ਅਰੇਂਜਮੈਂਟਸ ਨੇਗੇ ਉਹ ਮੇਨਟੇਨ ਕਰੇ। ਰੈਲੀਆਂ ਨੇਗੇ ਜਿਹੜੀਆਂ ਪੋਲੀਟੀਕਲ ਰੈਲੀਆਂ ਨੇਗੀਆਂ, ਆਪਾਂ ਅਕਸਰ ਦੇਖਦੇ ਹਾਂ ਵੱਖੋ ਵੱਖਰੀਆਂ ਪੋਲੀਟੀਕਲ ਪਾਰਟੀਆਂ ਵੋਟਾਂ ਤੋਂ ਪਹਿਲਾਂ ਰੈਲੀਆਂ ਵੱਡੇ ਗਰਾਊਂਡਾਂ ਦੇ ਵਿੱਚ ਰੈਲੀਆਂ ਕਰਦੇ ਨੇ, ਬਟ ਚੋਣ ਜ਼ਾਬਤੇ ਦੇ ਵਿੱਚ ਇਹੋ ਜਿਹਾ ਕੁਝ ਨਹੀਂ ਹੁੰਦਾ। ਸੋ ਆਪਾਂ ਇਹ ਚੀਜ਼ਾਂ ਕਰ ਨਹੀਂ ਸਕਦੇ, ਕਿਉਂਕਿ ਰੈਲੀਆਂ ਦੇ ਵਿੱਚ ਹੀ ਜਿਹੜੀਆਂ ਮੇਨ ਪਾਰਟੀਆਂ ਨੇ ਆਪਣੀਆਂ ਅਨਾਉਂਸਮੈਂਟਾਂ ਕਰਦੀਆਂ ਨੇ ਤਾਂ ਮੈਨੀਫੈਸਟੋ ਬਾਰੇ ਦੱਸਦੀਆਂ ਨੇ। ਉਹਦੇ ਨਾਲ ਕੀ ਹੁੰਦਾ, ਉਹਦੇ ਨਾਲ ਜਿਹੜੇ ਵੋਟਰ ਨੇਗੇ ਉਹ ਇਨਫਲੂਐਂਸ ਹੁੰਦੇ ਨੇਗੇ। ਸੋ ਉਹ ਚੀਜ਼ ਆਪਾਂ ਨਹੀਂ ਕਰ ਸਕਦੇ ਕਿ ਇਹ ਚੀਜ਼ਾਂ ਅਲਾਉਡ ਨਹੀਂ ਹੁੰਦੀਆਂ ਹੈਗੀਆਂ
ਚੋਣ ਜ਼ਾਬਤੇ ਦੇ ਵਿੱਚ ਕਿਸੇ ਦਾ ਪੁਤਲਾ ਸਾੜਨਾ, ਕਿਸੇ ਦੀ ਖਿਲਾਫ ਕਿਸੇ ਦੂਜੇ ਕੰਟੈਸਟੈਂਟ ਦੇ ਖਿਲਾਫ ਤੁਸੀਂ ਕਹ ਲਓ ਹੇਟ ਸਪੀਚ ਆਪਾਂ ਨਹੀਂ ਭਰ ਸਕਦੇ ਕਿ ਉਹ ਚੀਜ਼ ਵੀ ਗਲਤ ਹੈਗੀ। ਚੋਣ ਇਲੈਕਸ਼ਨ ਦੇ ਰੂਲ ਕੰਡਕਟ ਦੇ ਉਹ ਅਗੇਂਸਟ ਹੈਗਾ, ਇਹ ਚੀਜ਼ਾਂ ਆਪਾਂ ਨਹੀਂ ਕਰ ਸਕਦੇ। ਹੋਰ ਪੜ੍ਹਦੇ ਹਾਂ, ਜਿਹੜੀ ਪਾਰਟੀ ਪਾਵਰ ਦੇ ਵਿੱਚ ਹੋਵੇ, ਮੌਜੂਦਾ ਸਰਕਾਰ ਦੇ ਵਿੱਚ ਹੋਵੇ, ਉਹ ਆਪਣੀ ਪਬਲਿਸਿਟੀ ਨਹੀਂ ਕਰ ਸਕਦੀ ਆਪਣੇ ਪਿਛਲੇ ਸਾਲਾਂ ਦੀ ਜਿਹੜੀ ਟੈਨਿਓਰ ਆ ਉਹਦੇ ਵਿੱਚ ਉਹਨੇ ਕੀ ਪ੍ਰਾਪਤੀਆਂ ਕੀਤੀਆਂ ਉਹ ਪਬਲਿਕਲੀ ਅਨਾਉਂਸ ਨਹੀਂ ਕਰ ਸਕਦੇ। ਠੀਕ ਹੈ, ਇਹਦੇ ਨਾਲ ਕੀ ਹੋਣਾ ਹੈ, ਇਹਦੇ ਨਾਲ ਵੋਟਰਸ ਹੀ ਇਨਫਲੂਐਂਸ ਹੋਣੇ ਨੇ। ਇਹ ਚੀਜ਼ਾਂ ਆਪਾਂ ਨਹੀਂ ਕਰ ਸਕਦੇ। ਕਿਸੇ ਵੀ ਸਰਕਾਰੀ ਅਫਸਰ ਜਾਂ ਸਰਕਾਰੀ ਮੁਲਾਜ਼ਮ ਦੀ ਬਦਲੀ ਨਹੀਂ ਕਰ ਸਕਦੇ ਆਪਾਂ ਚੋਣ ਜ਼ਾਬਤੇ ਦੇ ਵਿੱਚ, ਐਕਸੈਪਟ ਜਦੋਂ ਆਪਾਂ ਤੁਸੀਂ ਕਹ ਲਓ ਇਲੈਕਸ਼ਨ ਕਮਿਸ਼ਨ ਦੀ ਪਰਮਿਸ਼ਨ ਤੋਂ ਬਿਨਾਂ ਆਪਾਂ ਨਹੀਂ ਕਰ ਸਕਦੇ। ਜੇ ਕਿਸੇ ਦੀ ਕਰਨੀ ਹੈ, ਜੇ ਬਾਹਲੀ ਜ਼ਿਆਦਾ ਜ਼ਰੂਰਤ ਪੈ ਜੇ ਤਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਪਰਮਿਸ਼ਨ ਲੈਣੀ ਪੈਂਦੀ ਹੈ। ਫੋਰ ਐਗਜ਼ਾਮਪਲ ਮੈਂ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਹਾਂ, ਅਸੀਂ ਅਕਸਰ ਤਹਿਸੀਲਦਾਰਾਂ ਦੀ ਇੱਥੇ ਬਦਲੀਆਂ ਹੁੰਦੀਆਂ ਰਹਿੰਦੀਆਂ ਨੇਗੀਆਂ। ਸੋ ਚੋਣ ਜ਼ਾਬਤੇ ਦੇ ਵਿੱਚ ਸਾਨੂੰ ਵੀ ਰੋਕ ਲੱਗ ਜਾਂਦੀ, ਅਸੀਂ ਬਦਲੀਆਂ ਨਹੀਂ ਕਰ ਸਕਦੇ। ਸਿਮਿਲਰਲੀ ਸਾਨੂੰ ਜੇ ਕੋਈ ਐਕਸੈਪਸ਼ਨਲ ਗਰਾਊਂਡ ਆ ਜਾਂਦਾ ਤਾਂ ਉਦੋਂ ਆਪਾਂ ਨੂੰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ ਟ੍ਰਾਂਸਫਰ ਕਰਨ ਵਾਸਤੇ। ਇੱਕ ਗੱਲ ਹੋਰ ਦੱਸਦਾ ਤੁਹਾਨੂੰ, ਫੋਰ ਐਗਜ਼ਾਮਪਲ ਕੋਈ ਵੀ ਰੈਵਨਿਊ ਡਿਪਾਰਟਮੈਂਟ ਜਾਂ ਕਿਸੇ ਵੀ ਡਿਪਾਰਟਮੈਂਟ ਦਾ ਕੋਈ ਵੀ ਅਫਸਰ ਹੈਗਾ, ਉਹ ਆਪਦੇ ਹੋਮ ਟਾਊਨ ਦੇ ਵਿੱਚ ਇਲੈਕਸ਼ਨ ਟਾਈਮ ਦੇ ਵਿੱਚ ਨਹੀਂ ਰਹਿ ਸਕਦਾ, ਕਿਉਂਕਿ ਉਹਨਾਂ ਦੇ ਥਰੂ ਵੀ ਤੁਸੀਂ ਕਹਿ ਲਓ ਵੋਟਾਂ ਨੂੰ ਇਨਫਲੂਐਂਸ ਕੀਤਾ ਜਾ ਸਕਦਾ ਹੈਗਾ। ਸੋ ਅਕਸਰ ਆਪਾਂ ਦੇਖਦੇ ਹਾਂ ਜਦੋਂ ਵੋਟਾਂ ਦਾ ਟਾਈਮ ਹੁੰਦਾ ਤਾਂ ਜਿਹੜੇ ਵੀ ਸਰਕਾਰੀ ਅਫਸਰ ਹੁੰਦਾ, ਖਾਸ ਕਰਕੇ ਅਫੀਸ਼ੀਅਲ ਹੁੰਦੇ ਨੇ ਗਰੁੱਪ ਏ ਦੇ ਬੀ ਦੇ, ਜਿਹੜੇ ਆਫੀਸਰ ਰੈਂਕ ਦੇ ਜਿਹੜੇ ਬੰਦੇ ਹੁੰਦੇ ਨੇਗੇ, ਉਹਨਾਂ ਨੂੰ ਆਪਦੇ ਹੋਮ ਡਿਸਟ੍ਰਿਕਟ ਦੇ ਵਿੱਚ ਪੋਸਟ ਨਹੀਂ ਕੀਤਾ ਜਾਂਦਾ। ਉਹਨਾਂ ਦੀ ਜਿਹੜੀ ਟ੍ਰਾਂਸਫਰ ਹੈਗੀ ਉਹ ਆਪਦੇ ਹੋਮ ਡਿਸਟ੍ਰਿਕਟ ਤੋਂ ਆਸੇ-ਪਾਸੇ ਹੀ ਕੀਤੀ ਜਾਂਦੀ ਹੈ। ਰੂਲਿੰਗ ਗਵਰਨਮੈਂਟ ਜਿਹੜੀ ਮੌਜੂਦਾ ਸਰਕਾਰ ਹੁੰਦੀ ਹੈ ਵੋਟਾਂ ਦੇ ਵਿੱਚ, ਉਹ ਕੋਈ ਵੀ ਨਵਾਂ ਨੋਟੀਫਿਕੇਸ਼ਨ, ਕੋਈ ਵੀ ਇਸ਼ਤਿਹਾਰ, ਕੋਈ ਵੀ ਤੁਸੀਂ ਕਹਿ ਲਓ ਨੋਟੀਫਿਕੇਸ਼ਨ, ਇਹ ਕੁਝ ਵੀ ਇਸ਼ੂ ਨਹੀਂ ਕਰ ਸਕਦੀ। ਇਹਦੇ ਨਾਲ ਕੀ ਹੈਗਾ, ਇਹਦੇ ਨਾਲ ਹੀ ਵੋਟਰਸ ਪ੍ਰਭਾਵਿਤ ਹੁੰਦੇ ਨੇ। ਫੋਰ ਐਗਜ਼ਾਮਪਲ ਮੈਂ ਦੱਸਦਾ ਤੁਹਾਨੂੰ, ਅਸੀਂ ਤੁਸੀਂ ਕਹ ਲਓ ਮੈਂ ਬਤੌਰ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਇੱਕ ਅਸੀਂ ਪਿੱਛੇ ਜੇ ਕਾਫੀ ਜ਼ਿਆਦਾ ਮਤਲਬ ਤੁਸੀਂ ਕਹ ਲਓ ਬਹੁਤ ਇੰਪੋਰਟੈਂਟ ਮੁੱਦਾ ਸੀਗਾ, ਅਸੀਂ ਡੀਲ ਕੀਤਾ ਸੀਗਾ। ਉਹ ਕੀ ਸੀ, ਜਿਹੜੇ ਆਪਣੇ ਤੁਸੀਂ ਕਹ ਲਓ ਪੰਜਾਬ ਦੇ ਜਿਹੜੇ 6 ਬਾਰਡਰ ਡਿਸਟ੍ਰਿਕਟ ਨੇਗੇ, ਉਹਨਾਂ ਦੀ ਜਿਹੜੀ ਕੰਡਿਆਲੀ ਤਾਰ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ, ਜਾਂ ਕਈ ਜਿਹੜੇ ਬਾਰਡਰ ਜਿਹੜੇ ਵੀਡੀਓ ਨੂੰ ਸੁਣ ਰਹੇ ਨੇ ਬਾਰਡਰ ਡਿਸਟ੍ਰਿਕਟ ਦੇ ਵਿੱਚ ਰਹਿੰਦੇ ਨੇ, ਫੋਰ ਐਗਜ਼ਾਮਪਲ ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਇਹਨਾਂ ਜ਼ਿਲ੍ਹਿਆਂ ਦੇ ਵਿੱਚ ਰਹਿੰਦੇ ਨੇ, ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਇੰਟਰਨੈਸ਼ਨਲ ਜਿਹੜਾ ਆਪਣਾ ਬਾਰਡਰ ਹੈਗਾ, ਉਹ ਬਾਰਡਰ ਦੇ 500 ਮੀਟਰ ਅੱਗੇ ਇੱਕ ਬਾਰਡ ਵਾਇਰ ਲਾਈ ਹੋਈ ਹੈ, ਕੰਡਿਆਲੀ ਤਾਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਉਸ ਕੰਡਿਆਲੀ ਤਾਰ ਤੇ ਜਿਹੜਾ ਇੰਟਰਨੈਸ਼ਨਲ ਬਾਰਡਰ ਹੈ, ਉਹਦੇ ਵਿਚਾਲੇ ਜਿਹੜੇ ਲੋਕਾਂ ਦੀ ਜ਼ਮੀਨ ਹੈ, ਉਸ ਜ਼ਮੀਨ ਦੇ ਲਈ BSF ਵਾਲੇ ਉਹਨਾਂ ਨੂੰ ਖੇਤੀ ਕਰਨ ਦੇ ਲਈ ਸਮਾਂ ਘੱਟ ਦਿੰਦੇ ਨੇ, ਜਿਹਦੇ ਨਾਲ ਉਹਦਾ ਨੁਕਸਾਨ ਹੋ ਜਾਂਦਾ। ਸੋ ਉਸ ਨੁਕਸਾਨ ਨੂੰ ਪੂਰਾ ਕਰਨ ਦੇ ਲਈ ਸਰਕਾਰ, ਪੰਜਾਬ ਸਰਕਾਰ ਤੇ ਭਾਰਤ ਸਰਕਾਰ, ਇਹ ਦੋਵੇਂ ਮਿਲ ਕੇ ਕੰਟਰੀਬਿਊਟ ਕਰਦੀਆਂ ਨੇ ਤੇ ਉਹਨਾਂ ਲੋਕਾਂ ਨੂੰ ਮੁਆਵਜ਼ਾ ਦਿੰਦੇ ਨੇ। ਸੋ ਸਾਨੂੰ ਪਿਛਲੇ 4-5 ਸਾਲ ਦਾ ਮੁਆਵਜ਼ਾ ਸੀਗਾ, ਉਹ ਸਟਕ ਹੋਇਆ ਸੀ, ਉਹ ਅਸੀਂ ਬੜੇ ਐਫਰਟਸ ਨਾਲ ਮੁਆਵਜ਼ਾ ਮਤਲਬ ਅਸੀਂ ਅਰੇਂਜ ਕਰਵਾਇਆ ਗਵਰਨਮੈਂਟ ਆਫ ਇੰਡੀਆ ਤੋਂ ਤੇ ਪੰਜਾਬ ਸਰਕਾਰ ਤੋਂ। ਅਸੀਂ ਉਹ ਮੁਆਵਜ਼ਾ ਸਾਰਾ ਕੁਝ ਪ੍ਰੋਸੈਸ ਹੋ ਗਿਆ ਸੀ, ਬਟ ਉਦੋਂ 2022 ਦੇ ਵਿੱਚ ਇਲੈਕਸ਼ਨ ਕੋਡ ਲੱਗ ਗਿਆ ਸੀਗਾ, ਚੋਣ ਜ਼ਾਬਤਾ ਲੱਗ ਗਿਆ ਸੀ। ਅਸੀਂ ਉਹ ਮੁਆਵਜ਼ਾ ਜਾਰੀ ਯਾਨੀ ਕਿ ਰਿਲੀਜ਼ ਨਹੀਂ ਕਰ ਸਕੇ। ਕਿਉਂ? ਕਿਉਂਕਿ ਚੋਣ ਜ਼ਾਬਤਾ ਲੱਗਿਆ ਸੀ। ਹੁਣ ਹਜ਼ਾਰਾਂ ਲੋਕ ਨੇ ਜਿਨ੍ਹਾਂ ਨੂੰ ਉਹ ਮੁਆਵਜ਼ਾ ਮਿਲਣਾ ਸੀਗਾ, ਮੁਆਵਜ਼ਾ ਮਿਲ ਜਾਣਾ, ਉਹਦੇ ਨਾਲ ਕੀ ਸੀਗਾ, ਵੋਟਰਸ ਇਨਫਲੂਐਂਸ ਹੋ ਜਾਂਦੇ। ਉਹ ਕਹਿੰਦੇ ਵੀ ਸਾਨੂੰ ਤਾਂ ਇਹ ਸਰਕਾਰ ਨੇ ਕੋਈ ਵੀ XYZ ਜਿਹੜੀ ਵੀ ਸਰਕਾਰ ਸੀ ਉਹਨੇ ਮੁਆਵਜ਼ਾ ਦਿੱਤਾ, ਅਸੀਂ ਉਸੇ ਨੂੰ ਵੋਟ ਪਾਵਾਂਗੇ। ਸੋ ਚੋਣ ਜ਼ਾਬਤੇ ਦੇ ਵਿੱਚ ਆਪਾਂ ਇਹੋ ਜਿਹਾ ਕੁਝ ਵੀ ਨਹੀਂ ਕਰ ਸਕਦੇ। ਇਹ ਮੈਂ ਤੁਹਾਨੂੰ ਬੜੀ ਡਿਟੇਲ ਦੇ ਵਿੱਚ ਦੱਸੇ ਨੇ। ਇਹੋ ਜਿਹੇ ਕਾਫੀ ਇਹੋ ਜਿਹੇ ਇਸ਼ੂਜ਼ ਨੇ। ਕੋਈ ਪਟਵਾਰੀ ਦਾ ਪੇਪਰ ਆ ਗਿਆ ਤੁਹਾਡਾ, ਨੋਟੀਫਿਕੇਸ਼ਨ ਨਹੀਂ ਕਰ ਸਕਦੇ ਵੀ ਅਸੀਂ ਪਟਵਾਰੀ ਦਾ ਪੇਪਰ ਇੰਨੀ ਤਰੀਕ ਨੂੰ, ਇਸ ਮਹੀਨੇ ਦੇ ਇੰਨੀ ਤਰੀਕ ਨੂੰ ਲਾਵਾਂਗੇ। ਕਿਉਂ? ਉਹਦੇ ਨਾਲ ਕੀ ਹੈ, ਵੋਟਰਸ ਨੇ ਇਨਫਲੂਐਂਸ ਹੋ ਜਾਣਗੇ। ਉਹ ਕਹਿਣਗੇ ਵੀ ਠੀਕ ਹੈ, ਵੋਟਰ ਨੇ ਜਿਹੜੇ ਕੈਂਡੀਡੇਟ ਨੇਗੇ, ਬੱਚੇ ਨੇ, ਉਹ ਕਹਿਣਗੇ ਠੀਕ ਹੈ, ਰੂਲਿੰਗ ਪਾਰਟੀ ਹੈਗੀ ਜਿਹੜੀ ਉਹ ਕਹਿ ਰਹੀ ਹੈ ਵੀ ਅਸੀਂ ਪਟਵਾਰੀ ਦਾ ਪੇਪਰ ਇਸ ਤਰੀਕ ਨੂੰ ਲੈ ਲੈਣਾ, ਉਹਨਾਂ ਨੂੰ ਵੋਟਾਂ ਪਾ ਦੇਣੇ ਆਪਾਂ। ਜਿਹੜੀ ਨਵੀਂ ਸਰਕਾਰ ਜੇ ਕੋਈ ਆ ਗਈ, ਉਹਨਾਂ ਨੇ ਤਾਂ ਵੈਸੇ 3-4 ਸਾਲ ਕੁਝ ਆਪਣਾ ਤੁਸੀਂ ਕਹਿ ਲਓ ਭਰਤੀ ਦਾ ਜਿਹੜਾ ਪ੍ਰੋਸੈਸ ਹੈਗਾ ਉਹਨਾਂ ਨੇ ਛੇੜਨਾ ਹੀ ਨਹੀਂ ਹੈਗਾ। ਸੋ ਵਾਈ ਨੋਟ ਆਪਾਂ ਰੂਲਿੰਗ ਪਾਰਟੀ ਨੂੰ ਵੋਟ ਪਾ ਦਈਏ, ਇਹਦੇ ਨਾਲ ਕੀ ਹੈ, ਆਪਣਾ ਨੌਕਰੀਆਂ ਦਾ ਜਿਹੜਾ ਪ੍ਰੋਸੈਸ ਉਹ ਤੇਜ਼ ਹੋਊਗਾ। ਸੋ ਇਹ ਚੀਜ਼ਾਂ ਵੀ ਆਪਾਂ ਨਹੀਂ ਕਰ ਸਕਦੇ ਚੋਣ ਜ਼ਾਬਤੇ ਦੇ ਵਿੱਚ। ਤੇ ਇੱਕ ਇਲੈਕਸ਼ਨ ਮੈਨੀਫੈਸਟੋ, ਇਹਦੇ ਵਿੱਚ ਇਹ ਜਿਹੜਾ ਪੁਆਇੰਟ ਹੈਗਾ, ਇਹ 2013 ਦੇ ਵਿੱਚ ਐਡ ਕੀਤਾ ਗਿਆ ਸੀਗਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੁਆਰਾ, ਵੀ ਜਿਹੜੇ ਇਲੈਕਸ਼ਨ ਮੈਨੀਫੈਸਟੋ ਹੁੰਦੇ ਨੇ ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੇ, ਉਹ ਆਪਾਂ ਨਹੀਂ ਤੁਸੀਂ ਕਹਿ ਲਓ ਰਿਲੀਜ਼ ਕਰ ਸਕਦੇ, ਪ੍ਰੋਹਿਬਿਟਡ ਹੁੰਦੇ ਨੇਗੇ, ਜਿਹਦੇ ਵਿੱਚ ਵੱਡੇ-ਵੱਡੇ ਵਾਅਦੇ ਕੀਤੇ ਹੁੰਦੇ ਨੇ ਵੀ ਅਸੀਂ ਆਹ ਕਰਾਂਗੇ, ਉਹ ਕਰਾਂਗੇ। ਚੋਣ ਜ਼ਾਬਤੇ ਦੇ ਵਿੱਚ ਇਹ ਕੁਝ ਵੀ ਨਹੀਂ ਕਰ ਸਕਦੇ। ਹੁਣ ਆਪਾਂ ਗੱਲ ਕਰਦੇ ਹਾਂ, ਠੀਕ ਹੈ, ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਜਿਹੜੀਆਂ ਇਹ ਗਾਈਡਲਾਈਨਸ ਨੇਗੀਆਂ, ਬੇਸਿਕਲੀ ਹੈਗੀਆਂ ਤਾਂ ਗਾਈਡਲਾਈਨਸ ਨੇਗੀਆਂ, ਇਹ ਕੋਈ ਐਕਟ ਥੋੜੀ ਹੈ, ਇਹ ਕੋਈ ਕਾਨੂੰਨ ਥੋੜੀ ਹੈ। ਮਾਡਲ ਕੋਡ ਆਫ ਕੰਡਕਟ ਕੋਈ ਕਾਨੂੰਨ ਨਹੀਂ ਹੈਗਾ, ਠੀਕ ਹੈ, ਇਹਨੂੰ ਕੋਈ ਵੀ ਸਟੈਚੂਟਰੀ ਬੈਕਿੰਗ ਨਹੀਂ ਹੈਗੀ। ਇਹ ਬੇਸਿਕਲੀ ਸਿਰਫ ਤੇ ਸਿਰਫ ਗਾਈਡਲਾਈਨਸ।
ਹੁਣ ਕੀ ਇਹਨਾਂ ਹਦਾਇਤਾਂ ਦੀ, ਇਹਨਾਂ ਗਾਈਡਲਾਈਨਸ ਦੀ ਚੰਗੀ ਤਰ੍ਹਾਂ ਪਾਲਣਾ ਹੁੰਦੀ ਵੀ ਹੈ ਗਰਾਊਂਡ ਲੈਵਲ ਤੇ ਜਾਂ ਨਹੀਂ? ਸੋ ਆਪਾਂ ਅਕਸਰ ਦੇਖਦੇ ਹਾਂ ਵੱਖੋ ਵੱਖਰੇ ਪੋਲੀਟੀਕਲ ਪਾਰਟੀ ਦੇ ਜਿਹੜੇ ਵਰਕਰ ਨੇ ਅਕਸਰ ਇਹਨਾਂ ਜਿਹੜੀਆਂ ਚੋਣ ਜ਼ਾਬਤੇ ਦੀ ਜਿਹੜੇ ਗਾਈਡਲਾਈਨਸ ਨੇਗੀਆਂ ਇਹਦੀਆਂ ਉਲੰਘਣਾ ਕਰਦੇ ਰਹਿੰਦੇ ਨੇ। FIR ਵੀ ਕਈ ਜਗ੍ਹਾ ਤੇ ਲੌਂਚ ਹੋ ਜਾਂਦੀ ਹੈ ਉਹਨਾਂ ਦੇ ਖਿਲਾਫ, ਬਟ ਕੀ ਉਹਨਾਂ ਨੂੰ ਸਜ਼ਾ ਹੁੰਦੀ ਹੈ? ਸੋਚਣ ਵਾਲੀ ਗੱਲ ਹੈ, ਨਹੀਂ। ਇੱਥੇ ਤਾਂ ਪ੍ਰੋਬਲਮ ਹੈ। ਹੁਣ ਪ੍ਰੋਬਲਮ ਕੀ ਹੈਗੀ ਮਾਡਲ ਕੋਡ ਆਫ ਕੰਡਕਟ ਦੇ ਵਿੱਚ, ਇਹਨੂੰ ਆਪਾਂ ਸਮਝਦੇ ਹਾਂ। ਸੋ ਬੇਸਿਕਲੀ ਇਹ ਕਹਿੰਦਾ ਜੀ ਜਿਹੜਾ ਮਾਡਲ ਕੋਡ ਆਫ ਕੰਡਕਟ ਹੈ, ਚੋਣ ਜ਼ਾਬਤਾ ਹੈ, ਇਹ ਲੀਗਲੀ ਬਾਈਂਡਿੰਗ ਜਾਂ ਐਨਫੋਰਸੀਏਬਲ ਬਾਏ ਲਾ ਨਹੀਂ ਹੈਗਾ। ਕਾਨੂੰਨ ਦੀ ਇਹਨੂੰ ਕੋਈ ਬੈਕਿੰਗ ਨਹੀਂ, ਯਾਨੀ ਕਿ ਸਟੈਚੂਟਰੀ ਬੈਕਿੰਗ ਨਹੀਂ ਹੈਗੀ, ਤੇ ਇਹ ਲੀਗਲੀ ਬਾਈਂਡਿੰਗ ਨਹੀਂ ਹੈਗਾ। ਹੁਣ ਤਾਂ ਮੈਂ ਤੁਹਾਨੂੰ ਇੰਨਾ ਕੁਝ ਪੜ੍ਹਾ ਕੇ ਹਟਿਆ ਵੀ ਤੁਸੀਂ ਆਹ ਨਹੀਂ ਕਰ ਸਕਦੇ, ਉਹ ਨਹੀਂ ਕਰ ਸਕਦੇ, ਠੀਕ ਹੈ। ਬਟ ਤੁਸੀਂ ਕਹਿੰਦੇ ਹੋਗੇ ਵੀ ਇੱਕ ਪਾਸੇ ਮੈਂ ਕਹਿਣਾ ਵੀ ਤੁਸੀਂ ਚੋਣ ਜ਼ਾਬਤੇ ਦੇ ਵਿੱਚ ਇਹ ਨਹੀਂ ਕਰ ਸਕਦੇ, ਤੁਸੀਂ ਨੋਟੀਫਿਕੇਸ਼ਨ ਨਹੀਂ ਕਰ ਸਕਦੇ, ਤੁਸੀਂ ਪ੍ਰਚਾਰ ਨਹੀਂ ਕਰ ਸਕਦੇ, ਇਹ ਨਹੀਂ ਕਰ ਸਕਦੇ, ਉਹ ਨਹੀਂ ਕਰ ਸਕਦੇ। ਬਟ ਇੱਕ ਪਾਸੇ ਤੁਸੀਂ ਕਹਿੰਦੇ ਹੋਗੇ ਵੀ ਮੈਂ ਇਹ ਵੀ ਕਹੀ ਜਾਂਦਾ ਵੀ ਇਹਨੂੰ ਕੋਈ ਲੀਗਲੀ ਬਾਈਂਡਿੰਗ ਮਤਲਬ ਕਿਸੇ ਲਾਅ ਦੀ ਕੋਈ ਬੈਕਿੰਗ ਹੀ ਨਹੀਂ ਹੈਗੀ, ਠੀਕ ਹੈ, ਇਹ ਲੀਗਲੀ ਬਾਈਂਡਿੰਗ ਵੀ ਨਹੀਂ ਹੈਗਾ, ਠੀਕ ਹੈ। ਸੋ ਇਹ ਚੀਜ਼ ਨੂੰ ਆਪਾਂ ਸਮਝਣਾ ਧਿਆਨ ਨਾਲ ਵੀ ਹੈਗੀ ਕੀ ਚੀਜ਼ ਹੈ। ਦੇਖੋ ਜਿਹੜਾ ਚੋਣ ਜ਼ਾਬਤਾ ਹੈ ਇਹਦੀ ਉਲੰਘਣਾ ਕਰਨਾ ਇਹ ਆਪਦੇ ਆਪ ਦੇ ਵਿੱਚ ਅਪਰਾਧ ਨਹੀਂ ਹੈਗਾ। ਸੁਣੋ ਧਿਆਨ ਦੇਣਾ, ਮੈਂ ਦੁਬਾਰਾ ਰਿਪੀਟ ਕਰਦਾ, ਚੋਣ ਜ਼ਾਬਤਾ ਯਾਨੀ ਕਿ ਇਲੈਕਸ਼ਨ ਜਿਹੜਾ ਇਹ ਕੋਡ ਆਫ ਕੰਡਕਟ ਹੈਗਾ, ਇਹਦੀ ਉਲੰਘਣਾ ਕਰਨਾ ਇਹ ਆਪਦੇ ਆਪ ਦੇ ਵਿੱਚ ਅਪਰਾਧ ਨਹੀਂ ਹੈਗਾ। ਹਾਂ, ਜੇ ਇਹਦੀ ਉਲੰਘਣਾ ਕਰਦੇ ਕਰਦੇ ਤੁਸੀਂ ਕੋਈ ਇਹੋ ਜਿਹੀ ਚੀਜ਼ ਨੂੰ ਅੰਜਾਮ ਦੇ ਦਿੰਦੇ ਹੋ ਜਿਹਦਾ ਜ਼ਿਕਰ IPC, CRPC ਜਾਂ ਰਿਪਰੈਜ਼ੈਂਟੇਸ਼ਨ ਆਫ ਪੀਪਲ ਐਕਟ 1951 ਦੇ ਵਿੱਚ ਕੀਤਾ ਹੋਇਆ ਹੈ, ਤੇ ਇਹਨਾਂ ਐਕਟਾਂ ਦੇ ਵਿੱਚ ਇਹਦੀਆਂ ਸਜ਼ਾਵਾਂ ਦੱਸੀਆਂ ਹੋਈਆਂ ਨੇ, ਤਾਂ ਤੁਹਾਨੂੰ ਪਨਿਸ਼ਮੈਂਟ ਮਿਲੂਗੀ, ਤੁਹਾਨੂੰ ਸਜ਼ਾ ਹੋ ਸਕਦੀ। ਫੋਰ ਐਗਜ਼ਾਮਪਲ, ਤੁਸੀਂ ਕੋਈ ਇਹੋ ਜਿਹੀ ਹੇਟ ਸਪੀਚ ਦੇ ਦਿੰਦੇ ਹੋ ਜਿਹਦੇ ਨਾਲ ਦੇਸ਼ ਦੀ ਸਿਕਿਉਰਿਟੀ ਨੂੰ ਖਤਰਾ ਹੈ। ਜੇ ਤੁਸੀਂ, ਠੀਕ ਹੈ, ਚੋਣ ਜ਼ਾਬਤੇ ਦੇ ਵਿੱਚ ਤੁਸੀਂ ਇਹੋ ਜਿਹੀ ਹੇਟ ਸਪੀਚ ਦੇ ਦਿੱਤੀ, ਤੁਹਾਡੇ ਖਿਲਾਫ FIR ਹੋ ਜਾਣੀ, ਠੀਕ ਹੈ, ਸਜ਼ਾ ਨਹੀਂ ਹੋਣੀ, ਠੀਕ ਹੈ, ਕਿਉਂਕਿ ਚੋਣ ਜ਼ਾਬਤੇ ਦੀ ਉਲੰਘਣਾ ਆਪਦੇ ਆਪ ਦੇ ਵਿੱਚ ਕੋਈ ਉਹ ਨਹੀਂ ਹੈਗਾ, ਠੀਕ ਹੈ। ਬਟ ਇਹਦੀਆਂ ਸਜ਼ਾਵਾਂ ਇਹਨਾਂ ਐਕਟਾਂ ਦੇ ਵਿੱਚ ਦਿੱਤੀਆਂ ਹੋਈਆਂ ਨੇ। RP ਐਕਟ 1951 ਦੇ ਵਿੱਚ ਦਿੱਤਾ ਹੈ ਵੀ ਤੁਸੀਂ ਜੇ ਕੋਈ ਇਹੋ ਜਿਹੀ ਸਪੀਚ ਜ਼ਿਆਦਾ ਉਹ ਦੇ ਦੇਣਾ ਤਾਂ ਤੁਹਾਨੂੰ ਘੱਟੋ ਘੱਟ 3 ਸਾਲ ਦੀ ਵੀ ਸਜ਼ਾ ਹੈ। IPC ਦਾ ਜੇ ਕੋਈ ਇਹੋ ਜਿਹਾ ਸੈਕਸ਼ਨ ਆ ਉਹ ਕਵਰ ਹੁੰਦਾ ਹੋਇਆ ਉਹਦੇ ਵਿੱਚ ਕੋਈ ਸਜ਼ਾ ਡਿਫਾਈਨਡ ਹੈ ਤਾਂ ਤੁਹਾਨੂੰ ਉਹ ਮਿਲੂਗੀ। ਸੋ ਇਹ ਬੜਾ ਹੀ ਇੰਪੋਰਟੈਂਟ ਸੀ, ਮੈਂ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਇਹ ਸਮਝ ਆ ਗਿਆ ਹੋਊਗਾ। ਸੋ ਬੇਸਿਕਲੀ ਆਪਾਂ ਨੂੰ ਕੀ ਚੋਣ ਜ਼ਾਬਤੇ ਦੀ ਲੋੜ ਹੈਗੀ ਵੀ ਹੈ ਜਾਂ ਨਹੀਂ, ਕਿਉਂਕਿ ਮੈਂ ਤੁਹਾਨੂੰ ਕਹਿ ਕੇ ਹਟਿਆ ਵੀ ਲੀਗਲੀ ਬਾਈਂਡਿੰਗ ਨਹੀਂ ਹੈਗਾ, ਤਾਂ ਫਿਰ ਕੀ ਦੀ ਲੋੜ ਵੀ ਕੀ ਹੈ। ਸੋ ਬੇਸਿਕਲੀ ਦੇਖੋ ਦੋਸਤੋ, ਲੋੜ ਤਾਂ ਇਹਦੀ ਬਿਲਕੁਲ ਹੈਗੀ ਹੈ। ਕਿਉਂਕਿ ਇਲੈਕਸ਼ਨ ਕਮਿਸ਼ਨ ਇਕੱਲੇ ਦੀ ਜ਼ਿੰਮੇਵਾਰੀ ਤਾਂ ਚਲੋ ਹੈਗੀ ਆ ਵੀ ਦੇਸ਼ ਦੇ ਵਿੱਚ ਆਪਣੇ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣੀਆਂ ਨੇ, ਬਟ ਆਪਣੇ ਲੋਕਾਂ ਦੀ ਵੀ ਇੱਕ ਜ਼ਿੰਮੇਵਾਰੀ ਬਣਦੀ ਹੈ ਵੀ ਆਪਾਂ ਉਸ ਪ੍ਰੋਸੈਸ ਨੂੰ ਇੱਕ ਵਧੀਆ ਤਰੀਕੇ ਦੇ ਨਾਲ ਮੁਕੰਮਲ ਕਰਵਾਈਏ। ਸੋ ਇਹਨਾਂ ਰੂਲਾਂ ਦੀ, ਇਹਨਾਂ ਗਾਈਡਲਾਈਨਸ ਦੀ, ਇਹਨਾਂ ਹਦਾਇਤਾਂ ਦੀ ਵਧੀਆ ਮਤਲਬ ਤੁਸੀਂ ਕਹੋ ਸਖਤ ਲੋੜ ਹੈਗੀ ਇਹੋ ਜਿਹੇ ਕੋਡ ਦੀ। ਕਿਉਂਕਿ ਇਹਨਾਂ ਗਾਈਡਲਾਈਨਸ ਦੇ ਜ਼ਰੀਏ ਹੀ ਜਿਹੜੇ ਦੇਸ਼ ਦੇ ਵਿੱਚ ਇਲੈਕਸ਼ਨ ਨੇ ਉਹ ਫ੍ਰੀ ਤੇ ਫੇਅਰ ਤਰੀਕੇ ਦੇ ਨਾਲ ਕੰਡਕਟ ਕਰਵਾਈਆਂ ਜਾ ਸਕਦੀਆਂ ਨੇਗੀਆਂ। ਜੇ ਇਹਨਾਂ ਹਦਾਇਤਾਂ ਦੀ ਤੁਸੀਂ ਕਹ ਲਓ ਅਣਹੋਂਦ ਹੈ, ਇਹਨਾਂ ਹਦਾਇਤਾਂ ਦੀ ਹੋਂਦ ਨਹੀਂ ਹੈਗੀ, ਤਾਂ ਇਹਦੇ ਵਿੱਚ ਤਾਂ ਕੋਈ ਵੀ ਤੁਸੀਂ ਕਹ ਲਓ ਡਿਕਟੇਟਰਸ਼ਿਪ ਹੋ ਜਾਣੀ ਹੈ। ਇਲੈਕਸ਼ਨ ਕਮਿਸ਼ਨ ਨੇ ਵੀ ਤੁਸੀਂ ਕਹ ਲਓ ਉਹਨਾਂ ਦੀ ਕਿਸੇ ਨੇ ਸੁਣਨੀ ਨਹੀਂ, ਪੋਲੀਟੀਕਲ ਪਾਰਟੀਆਂ ਕਿਵੇਂ ਮਰਜ਼ੀ ਤੁਸੀਂ ਕਹ ਲਓ ਧਰਨੇ ਮੁਜ਼ਾਹਰੇ ਕਰਵਾ ਸਕਦੇ ਨੇ, ਕਿਸੇ ਪੋਲਿੰਗ ਬੂਥ ਦੇ ਉੱਪਰ ਕਬਜ਼ਾ ਕਰਵਾ ਸਕਦੇ ਨੇਗੇ, ਠੀਕ ਹੈ। ਤੁਸੀਂ ਕਹ ਲਓ ਵੀ ਕੋਈ ਵੀ ਸਪੀਚ ਦੇ ਕੇ, ਕੋਈ ਵੀ ਹੇਟ ਸਪੀਚ ਦੇ ਕੇ ਆਪਾਂ ਕੋਈ ਵੀ ਨੋਟੀਫਿਕੇਸ਼ਨ ਕੱਢ ਕੇ ਕਿਵੇਂ ਮਰਜ਼ੀ ਵੋਟਰਾਂ ਨੂੰ ਇਨਫਲੂਐਂਸ ਕਰਾ ਲਈਏ, ਜਦ ਮਰਜ਼ੀ ਜਿਹੜੀ ਪਾਰਟੀ ਆਪਣੀ ਸਰਕਾਰ ਬਣਾ ਸਕਦੀ ਹੈ। ਸੋ ਇਦਾਂ ਨਹੀਂ ਹੁੰਦਾ ਜੀ, ਇਹ ਚੀਜ਼ਾਂ ਆਪਣੇ ਵਾਸਤੇ ਤੁਸੀਂ ਕਹ ਲਓ ਬਹੁਤ ਜ਼ਿਆਦਾ ਜ਼ਰੂਰੀ ਨਹੀਂ ਹੈ। ਸੋ ਜਿਹੜੀਆਂ ਪ੍ਰੋਬਲਮ ਸੀਗੀਆਂ ਮਾਡਲ ਕੋਡ ਆਫ ਕੰਡਕਟ ਦੇ ਵਿੱਚ ਉਹ ਆਪਾਂ ਸਮਝਦੇ ਹਾਂ। ਅੱਛਾ, ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ, ਹੁਣ ਤੁਸੀਂ ਇਹ ਵੀ ਸੋਚ ਰਹੇ ਹੋਵੋਗੇ ਵੀ ਲੀਗਲੀ ਬਾਈਂਡਿੰਗ ਨਹੀਂ ਹੈਗਾ ਤਾਂ ਕੀ ਇਹਦੇ ਵਾਸਤੇ ਕੋਈ ਸਰਕਾਰ ਨੇ ਕੋਈ ਗੱਲ ਨਹੀਂ ਮਤਲਬ ਕਦੇ ਕੀਤੀ ਹੋਣੀ ਵੀ ਕੀ ਇਹਨੂੰ ਆਪਾਂ ਲੀਗਲ ਬੈਕਿੰਗ ਦੇ ਦਈਏ। ਇਹਦੇ ਨਾਲ ਤਾਂ ਫਾਇਦਾ ਹੈ, ਜਿਹੜੀਆਂ ਹਦਾਇਤਾਂ ਹੁਣ ਆਪਾਂ ਕਹਿ ਰਹੇ ਹਾਂ ਵੀ ਇਹ ਗਾਈਡਲਾਈਨਸ ਨੇ, ਕਿ ਜੇ ਆਪਾਂ ਇਹਨੂੰ ਕਾਨੂੰਨ ਦਾ ਰੂਪ ਦੇ ਦਈਏ ਤਾਂ ਇਹਦੇ ਨਾਲ ਤਾਂ ਇਹ ਤੁਸੀਂ ਸੋਚਦੇ ਹੋਵੋਗੇ ਵੀ ਹੋਰ ਵੀ ਵਧੀਆ ਤਰੀਕੇ ਦੇ ਨਾਲ ਫੋਲੋ ਜਾਂ ਇਹਨਾਂ ਦੀ ਪਾਲਣਾ ਕੀਤੀ ਜਾ ਸਕਦੀ ਹੈ। ਤਾਂ ਦੇਖੋ ਨਹੀਂ, ਇੱਥੇ ਇੱਕ ਗੱਲ ਸਮਝਣ ਵਾਲੀ ਹੈਗੀ ਆ, ਉਹ ਹੈਗੀ ਹੈ ਇਹ ਵੀ ਜਿਹੜਾ ਇਹ ਜੇ ਫੋਰ ਐਗਜ਼ਾਮਪਲ ਮਾਡਲ ਕੋਡ ਆਫ ਕੰਡਕਟ ਦੀ ਜਿਹੜੇ ਹਦਾਇਤਾਂ ਨੇ, ਜੇ ਤੁਸੀਂ ਇਹਨੂੰ ਲੀਗਲੀ ਬੈਕਿੰਗ ਦੇਤੀ ਤਾਂ ਇਹਦੇ ਨਾਲ ਜਿਹੜਾ ਇਲੈਕਸ਼ਨ ਦਾ ਜਿਹੜਾ ਪ੍ਰੋਸੈਸ ਹੈ ਉਹ ਬਹੁਤ ਲੰਬਾ ਚਲਾ ਜਾਣਾ। ਉਹ ਕਿਵੇਂ? ਜੇ ਇਹਨੂੰ ਤੁਸੀਂ ਸਟੈਚੂਟਰੀ ਬੈਕਿੰਗ ਦੇਤੀ, ਇਹਨੂੰ ਕਾਨੂੰਨ ਬਣਾਤਾ, ਤਾਂ ਕਾਨੂੰਨ ਦੇ ਵਿੱਚ ਕਿਸੇ ਵੀ ਸਜ਼ਾ ਦੇ ਦੱਸਿਆ ਹੁੰਦਾ ਵੀ ਕਿਸੇ ਵੀ ਅਪਰਾਧ ਦੀ ਕਿੰਨੀ ਸਜ਼ਾ, ਉਹ ਸਾਰਾ ਕੁਝ ਵੱਖੋ ਵੱਖਰੇ ਜਿਹੜੇ ਕਾਨੂੰਨ ਨੇਗੇ, ਐਕਟ ਨੇਗੇ, ਉਹਨਾਂ ਦੇ ਵਿੱਚ ਡਿਫਾਈਨਡ ਹੈ। ਹੁਣ ਫੋਰ ਐਗਜ਼ਾਮਪਲ ਜਿਹੜਾ ਮੈਂ ਤੁਹਾਨੂੰ ਦੱਸਾਂ ਇਲੈਕਸ਼ਨ ਦਾ ਜਿਹੜਾ ਪ੍ਰੋਸੈਸ ਹੁੰਦਾ, ਚੋਣਾਂ ਦਾ ਜਿਹੜਾ ਮੁਹਿੰਮ ਹੁੰਦੀ, ਚੋਣਾਂ ਦਾ ਪ੍ਰੋਸੈਸ ਹੁੰਦਾ, ਉਹ ਇੱਕ ਟਾਈਮ ਬਾਉਂਡ ਕੰਮ ਹੁੰਦਾ ਵੀ ਇੰਨੇ ਮਹੀਨੇ ਇੰਨੇ ਦਿਨਾਂ ਦੇ ਵਿੱਚ ਇਹ ਚੋਣਾਂ ਦਾ ਪ੍ਰੋਸੈਸ ਕੰਪਲੀਟ ਕਰਨਾ ਹੁੰਦਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ। ਹੁਣ ਤੁਸੀਂ ਕਿਸੇ ਲੀਡਰ ਦੇ ਖਿਲਾਫ FIR ਕਰਵਾਤੀ, ਠੀਕ ਹੈ, ਹੁਣ ਉਹ ਇਹਨੂੰ ਜੇ ਤੁਸੀਂ ਲੀਗਲ ਤੁਸੀਂ ਕਹ ਲਓ ਬੈਕਿੰਗ ਦੇਤੀ, ਸਟੈਚੂਟਰੀ ਬੈਕਿੰਗ ਦੇਤੀ, ਤਾਂ ਉਹ ਮਤਲਬ ਉਹਨੂੰ ਕਾਨੂੰਨ ਬਣ ਗਿਆ। ਉਹ ਜੇ ਕਾਨੂੰਨ ਬਣ ਗਿਆ ਤਾਂ ਉਹਦੇ ਵਿੱਚ ਸਜ਼ਾ ਵੀ ਡਿਫਾਈਨ ਹੋਣੀ ਹੈ,
ਬਟ ਉਹਦੇ ਨਾਲ ਕੀ ਹੈ, ਪ੍ਰੋਸੈਸ ਲੰਬਾ ਚਲਾ ਜਾਣਾ। ਕਿਸੇ ਦੇ ਖਿਲਾਫ FIR ਹੋਈ ਤਾਂ ਉਹ ਕੋਰਟ ਦੇ ਵਿੱਚ ਜਾਊਗਾ, ਕੋਰਟ ਅੱਗੇ ਉਹਨੂੰ ਸਜ਼ਾ ਸੁਣਾਊਗੀ, ਇਹਦੇ ਵਿੱਚ ਕਿੰਨੇ ਮਹੀਨੇ ਕਿੰਨੇ ਸਾਲ ਲੱਗ ਸਕਦੇ ਨੇ। ਸੋ ਹੁਣ ਉਹ ਸੀਟ ਥੋੜੀ ਖਾਲੀ ਰਹੂਗੀ ਵਿਧਾਨ ਸਭਾ ਜਾਂ ਲੋਕ ਸਭਾ ਦੀ, ਉਹਦੇ ਉੱਪਰ ਡਿਸੀਜਨ ਹੀ ਨਹੀਂ ਹੋਣਾ ਹੈਗਾ। ਜੇ ਕੈਂਡੀਡੇਟ ਕੋਈ ਜਿੱਤ ਵੀ ਗਿਆ ਤਾਂ ਉਹਦੇ ਉੱਪਰ ਜੇ ਪਰਚਾ ਪੈ ਗਿਆ ਤਾਂ ਉਹਦਾ ਜਿਹੜਾ ਟਰਾਇਲ ਹੈ ਬਹੁਤ ਲੰਬਾ ਚੱਲ ਸਕਦਾ ਹੈਗਾ। ਸੋ ਇਹਦੇ ਨਾਲ ਤਾਂ ਇਲੈਕਸ਼ਨ ਹੀ ਨਹੀਂ ਹੋਣੇ। ਸੋ ਤਾਂ ਕਰਕੇ ਇਹਨੂੰ ਲੀਗਲੀ ਜਿਹੜੀ ਤੁਸੀਂ ਕਹਿ ਲਓ ਬੈਕਿੰਗ ਨਹੀਂ ਦਿੱਤੀ ਗਈ। ਇਨਫੈਕਟ ਜਿਹੜੀ ਇੱਕ ਪਾਰਲੀਮੈਂਟ ਦੀ 2014-15 ਵਿੱਚ ਕਮੇਟੀ ਬੈਠੀ ਸੀ, ਉਹਨੇ ਵੋਟਿੰਗ ਕਰਵਾਈ ਸੀ। ਉਸ ਵੋਟਿੰਗ ਦੇ ਵਿੱਚ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਖੁਦ ਇਹ ਗੱਲ ਕਹੀ ਸੀ ਵੀ ਜਿਹੜਾ ਮਾਡਲ ਕੋਡ ਆਫ ਕੰਡਕਟ ਹੈ ਇਹ ਲੀਗਲੀ ਬਾਈਂਡਿੰਗ ਨਹੀਂ ਹੋਣਾ। ਕਿਉਂ? ਜਿਵੇਂ ਕਿ ਤੁਹਾਨੂੰ ਮੈਂ ਦੱਸਿਆ, ਇਹਦੇ ਵਿੱਚ ਕਾਫੀ ਜ਼ਿਆਦਾ ਟਾਈਮ ਲੱਗ ਜਾਣਾ ਤੇ ਕੰਮ ਕਾਫੀ ਜ਼ਿਆਦਾ ਕੰਪਲੈਕਸ ਹੋ ਜਾਣਾ, ਕਿਉਂਕਿ ਹਜ਼ਾਰਾਂ ਕਰੋੜਾਂ ਕੇਸ ਦਾਇਰ ਹੁੰਦੇ ਨੇ ਮਾਡਲ ਕੋਡ ਆਫ ਕੰਡਕਟ ਦੀ ਉਲੰਘਣਾ ਦੇ, ਤੇ ਉਹ ਕੱਲੇ ਕੇਸ ਨੂੰ ਜੇ ਸੁਲਝਾਉਣ ਲੱਗ ਗਏ ਤਾਂ ਇਲੈਕਸ਼ਨ ਦਾ ਜਿਹੜਾ ਪ੍ਰੋਸੈਸ ਹੈ ਉਹ ਵਿੱਚੇ ਰੁਲ ਜਾਣਾ। ਸੋ ਤਾਂ ਕਰਕੇ ਇਹਨੂੰ ਲੀਗਲੀ ਬੈਕਿੰਗ ਨਹੀਂ ਦਿੱਤੀ ਗਈ। ਤੇ ਤੁਹਾਡੇ ਸਾਰਿਆਂ ਦੇ ਲਈ ਲਾਸਟ ਦੇ ਵਿੱਚ ਇੱਕ ਕੁਐਸਚਨ ਮੈਂ ਲੈ ਕੇ ਆਇਆ, ਧਿਆਨ ਦੇ ਨਾਲ ਇਹਨੂੰ ਪੜ੍ਹਿਓ। ਮਾਡਲ ਕੋਡ ਆਫ ਕੰਡਕਟ ਨੂੰ ਲੈ ਕੇ ਆਇਆ ਤੇ ਇਹਦਾ ਆਨਸਰ ਵੀ ਕਮੈਂਟ ਬਾਕਸ ਦੇ ਵਿੱਚ ਦੇ ਦਿਓ ਵਿਦ ਐਕਸਪਲੇਨੇਸ਼ਨ। ਸੋ ਮਿਲਦੇ ਹਾਂ ਆਪਾਂ ਕੱਲ ਨੂੰ ਕਿਸੇ ਨਵੇਂ ਟੌਪਿਕ ਦੇ ਨਾਲ। ਧੰਨਵਾਦ।